ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਐਬਰੋਡ ਦੇ ਵਿੱਚ। ਅਮਰੀਕਾ ਦੀ ਗੱਲ ਕਰਾਂਗੇ ਕਿਉਂਕਿ ਕੋਵਿਡ-19 ਦਾ ਚੱਲ ਰਿਹਾ ਹੈ ਦੌਰ ਤੇ ਅਮਰੀਕਾ ਜਾਣ ਵਾਸਤੇ ਕੀ ਕੁਝ ਮੁਸ਼ਕਲਾਂ ਆਉਣਗੀਆਂ। ਨਵੀਂ ਸੀਰੀਜ਼ ਸ਼ੁਰੂ ਹੋ ਰਹੀ ਹੈ ਕਿਉਂਕਿ ਕਹਿੰਦੇ ਨੇ ਕਿ ਤੀਸਰੀ ਲਹਿਰ ਹੈ ਇਸ ਪੈਂਡੇਮਿਕ ਦੀ ਤੇ ਇਹਦਾ ਕੀ ਅਸਰ ਪਏਗਾ ਵੀਜ਼ਾ ਦੇ ਉੱਤੇ, ਲੋਕਾਂ ਨੂੰ ਕੀ ਪ੍ਰੋਬਲਮਸ ਆਉਣਗੀਆਂ ਤੇ ਕਿਸ ਤਰ੍ਹਾਂ ਉਹ ਸਾਰੀਆਂ ਅਥਾਰਟੀਜ਼ ਤੁਹਾਡੀ ਹੈਲਪ ਕਰ ਸਕਦੀਆਂ ਨੇ ਕਿ ਤੁਸੀਂ ਬਿਨਾਂ ਕਿਸੇ ਪ੍ਰੋਬਲਮ ਤੋਂ ਸਿੱਧੇ ਅਮਰੀਕਾ ਪਹੁੰਚ ਸਕੋ। ਤੇ ਇਹਦੇ ਬਾਰੇ ਹੋਰ ਕਲੈਰਿਟੀ ਵਿੱਚ ਜਾਣਨ ਵਾਸਤੇ ਸਾਡੇ ਨਾਲ ਸਟੂਡੀਓਜ਼ ਵਿੱਚ ਮੌਜੂਦ ਨੇ ਸ਼੍ਰੀ ਅਰਵਿੰਦਰ ਸਿੰਘ ਜੀ ਰਾਇਲ ਟਰੈਵਲਸ ਤੋਂ। ਬਹੁਤ-ਬਹੁਤ ਤੁਹਾਡਾ ਸਵਾਗਤ ਕਰਦੇ ਹਾਂ ਸ਼ੋਅ ਦੇ ਵਿੱਚ। ਬਹੁਤ ਸ਼ੁਕਰੀਆ ਸੰਜੀਵ ਜੀ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਰਵਿੰਦਰ ਜੀ, ਕਿਉਂਕਿ ਕੋਵਿਡ ਨੂੰ ਲੈ ਕੇ ਨਾ ਸਾਰੇ ਬਹੁਤ ਘਬਰਾਏ ਹੋਏ ਨੇ, ਗਵਰਨਮੈਂਟਸ ਵੀ ਘਬਰਾਈਆਂ ਹੋਈਆਂ ਨੇ, ਪਬਲਿਕ ਵੀ ਘਬਰਾਈ ਹੋਈ ਹੈ ਔਰ ਤੁਹਾਡੇ ਆਫਿਸ ਦੇ ਵਿੱਚ ਵੀ ਤੁਹਾਨੂੰ ਫੋਨ ਆਉਂਦੇ ਹੋਣਗੇ ਕਿ ਸਾਡੀ ਫਾਈਲ ਦਾ ਬਣਿਆ ਤੇ ਕੀ ਬਣਿਆ। ਸੋ ਕੋਵਿਡ ਦਾ ਕੀ ਕਹਿੰਦਾ ਹੈ ਸੀਨ USA ਦੇ ਪੁਆਇੰਟ ਆਫ ਵਿਊ ਤੋਂ? USA ਨੇ ਬਹੁਤ ਜ਼ਿਆਦਾ ਅਗਰ ਅਸੀਂ ਇਹਨੂੰ ਦੋ ਪਾਰਟਸ ਵਿੱਚ ਵੰਡ ਲਿਖੀਏ, ਇੱਕ ਤਰੀਕਾ ਦਿਸ ਰਿਹਾ ਕਿ USA ਇਜ਼ ਵੈਰੀ ਕੰਸਰਨਡ ਬਿਕੋਜ਼ ਗਰੋਥ ਚੰਗੀ ਹੈ, ਨੰਬਰਸ ਆਫ ਜਿਹੜੇ ਕੇਸਿਸ ਆ ਉਹ ਲਗਾਤਾਰ ਵਾਧਾ ਹੋ ਰਿਹਾ। ਬਟ ਅਗਰ ਅਸੀਂ ਓਵਰਆਲ ਸਿਨੈਰੀਓ ਵੇਖੀਏ ਤਾਂ ਬਹੁਤ ਜ਼ਿਆਦਾ ਡਰ ਅਮਰੀਕਾ ਨੂੰ ਹੈ ਨਹੀਂ ਹੈ। ਸੋ ਤੁਸੀਂ ਵੇਖੋ ਕਿ ਸਭ ਤੋਂ ਜਿਹੜੀ ਚੀਜ਼ ਪ੍ਰਤੀਕਿਰਿਆ ਜੋ ਤੋਂ ਦਿਸਦੀ ਆ ਉਹ ਹੈ ਕਿ ਜਿੱਦਾਂ ਹੀ ਤੁਸੀਂ US ਲੈਂਡ ਕਰਦੇ ਹੋ, ਸਭ ਤੋਂ ਪਹਿਲਾਂ ਤੁਹਾਡਾ ਕੁਆਰੰਟੀਨ ਪੀਰੀਅਡ ਹੈ। ਸੋ US ਨੇ ਤੁਹਾਡਾ ਕੁਆਰੰਟੀਨ ਪੀਰੀਅਡ ਵੀ ਘਟਾ ਕੇ ਅੱਧਾ ਕਰਤਾ ਹੈ। ਸੋ ਪਹਿਲਾਂ ਤੁਸੀਂ ਜਾ ਕੇ 10 ਦਿਨ ਕੁਆਰੰਟੀਨ ਹੋਣਾ ਹੁੰਦਾ ਸੀ ਔਰ ਪਹਿਲਾਂ ਵੀ ਕੋਈ ਖੈਰ ਉਹਦੇ ਉੱਪਰ ਬਹੁਤ ਜ਼ਿਆਦਾ ਰਿਸਟ੍ਰਿਕਸ਼ਨਸ ਨਹੀਂ ਹੁੰਦੀਆਂ ਸੀ ਕਿ ਤੁਸੀਂ ਕਿੱਥੇ ਕੁਆਰੰਟੀਨ ਹੋਏ ਜਾਂ ਕਿੱਥੇ ਕੋਈ ਮੋਨੀਟਰ ਕਰ ਰਿਹਾ, ਕੋਈ ਚੈੱਕ ਕਰ ਰਿਹਾ, ਇੱਦਾਂ ਦਾ ਕੁਝ ਨਹੀਂ ਸੀ। ਏਅਰਪੋਰਟ ਦੇ ਉੱਪਰ ਇਟ ਵਾਸ ਜਸਟ ਸੀਰੀਜ਼ ਆਫ ਕੁਐਸਚਨ ਆਨਸਰਸ। ਹੁਣ ਦੇਖੋ ਤੁਸੀਂ ਉਹਨਾਂ ਨੇ ਉਹ ਸਮਾਂ ਵੀ ਘਟਾ ਕੇ ਉਹਨੂੰ 5 ਘੰਟੇ ਕਰ ਦਿੱਤਾ ਹੈ। ਔਰ ਇਹਦੇ ਨਾਲ ਨਾਲ WHO ਨੇ ਵੀ ਉਹਦੀ ਗੰਭੀਰਤਾ ਨੂੰ, ਓਮੀਕਰੋਨ ਦੀ ਗੰਭੀਰਤਾ ਨੂੰ ਥੋੜਾ ਘਟਾਇਆ ਹੈ ਕਿ ਵਾਇਰਸ ਜ਼ਰੂਰ ਹੈ। ਸੋ ਅੱਗੇ ਮਤਲਬ ਪੂਰੇ ਸਰੀਰ ਤੇ ਪਕੜ ਕਰਦਾ ਸੀ, ਹੁਣ ਗਲੇ ਤੱਕ ਪਕੜ ਕਰਦਾ ਹੈ। ਵਾਇਰਸ ਹੈਗਾ ਜ਼ੁਕਾਮ ਤੋਂ ਵੱਧ ਕੇ ਹੈ, ਬਟ ਜਿੰਨਾ ਜਾਨਲੇਵਾ ਪਹਿਲਾਂ ਸੀ ਉਹਨਾਂ ਨਹੀਂ ਹੈਗਾ। ਸੋ ਇਹਦੇ ਨਾਲ ਮੋਟੇ ਤੌਰ ਤੇ ਅਗਰ ਤੁਸੀਂ ਵੇਖੋਗੇ ਕਿ ਜਦੋਂ ਕੋਈ ਅਨਾਊਂਸਮੈਂਟ ਹੁੰਦੀ ਹੈ, ਜਦੋਂ ਕੇਸਿਸ ਇੱਕਦਮ ਸਰਜ ਹੁੰਦੇ, ਇੱਕਦਮ ਵੱਧ ਜਾਂਦੇ ਨੇ, ਉਦੋਂ ਫੌਰੀ ਤੌਰ ਤੇ ਇੱਕਦਮ ਓਪਨ ਅਪ ਨਹੀਂ ਹੋਇਆ ਜਾਂਦਾ। ਸੋ ਕੋਈ ਵੀ ਚੀਜ਼ ਅਗਰ ਗਵਰਨਮੈਂਟ ਬ੍ਰੇਕ ਦੇ ਉੱਪਰ ਮਾੜਾ ਜਿਹਾ ਵੀ ਲਾਈਕ ਬ੍ਰੇਕ ਦੇ ਉੱਪਰ ਆਪਣਾ ਐਕਸਰਸਾਈਜ਼ ਕਰੇਗੀ ਤਾਂ ਉਹਦਾ ਇਫੈਕਟ ਮਹੀਨਾ 2 ਮਹੀਨੇ ਗਾਂਹ ਤੱਕ ਜਾਂਦਾ ਹੈ ਐਪਲੀਕੇਸ਼ਨਸ ਦੇ ਉੱਪਰ। ਸੋ ਆਈ ਕਲੀਅਰਲੀ ਸੀ ਕਿ ਜਿਹੜਾ ਇਹ ਸਮਰ ਆ, ਜਿਹੜਾ 2022 ਦਾ ਸਮਰ ਹੈ, ਇਹ ਬਹੁਤ ਵੱਡਾ ਹੋਏਗਾ US ਵੀਜ਼ਾਸ ਦੇ ਲਈ। ਸੋ US ਵੀਜ਼ਾਸ ਆਲਮੋਸਟ ਸਭ ਕੈਟਾਗਰੀਜ਼ ਦੇ ਬਹੁਤ ਓਪਨ ਹੋਣਗੇ ਔਰ ਇੱਥੋਂ ਤੱਕ ਕਿ US ਨੇ ਕੁਝ ਕੈਟਾਗਰੀਜ਼ ਦੇ ਵਿੱਚ, ਕੁਝ ਕੰਟਰੀਜ਼ ਦੇ ਲਈ ਜਿਹੜੀਆਂ ਅਪਾਇੰਟਮੈਂਟਸ ਆ ਅੰਬੈਸੀ ਦੀਆਂ, ਇੰਟਰਵਿਊ ਦੀਆਂ, ਉਹ ਵੀ ਖਤਮ ਕਰ ਦਿੱਤੀਆਂ ਨੇ। ਸੋ ਕਈ ਕੈਟਾਗਰੀਜ਼ ਦੇ ਵਿੱਚ ਪਹਿਲਾਂ ਹਰ ਇੱਕ ਬੰਦੇ ਨੂੰ ਅਪੀਅਰ ਹੋਣਾ ਪੈਂਦਾ ਸੀ। ਸੋ ਈਵਨ ਬਹੁਤ ਸਾਰੇ ਪਾਰਟਿਸਿਪੇਟਿੰਗ ਕੰਟਰੀਜ਼ ਆ ਔਰ ਇੰਡੀਆ ਦੇ ਵਿੱਚ ਵੀ ਕੁਝ ਐਪਲੀਕੇਸ਼ਨਸ ਦੇ ਉੱਪਰ ਜਿਹੜੀਆਂ ਸਟੂਡੈਂਟਸ ਨੂੰ ਜਾਂ ਜਿਹੜੇ ਵਿਜ਼ਟਰਸ ਨੇ, ਸੋ ਉਹਨਾਂ ਨੂੰ ਪਰਸਨਲ ਅਪੀਅਰ ਹੋਣ ਤੋਂ ਅੰਬੈਸੀ ਤੋਂ ਉਹਦੇ ਤੋਂ ਛੋਟ ਮਿਲੇਗੀ। ਔਰ ਤੁਸੀਂ ਅਗਰ ਕਿਤੇ ਗੂਗਲ ਤੇ ਨੈੱਟ ਤੇ ਸਰਚ ਕਰੋਗੇ ਤੁਹਾਨੂੰ ਬਹੁਤ ਕਲੀਅਰਲੀ ਦਿਸੇਗਾ ਕਿ ਵੀਜ਼ਾ ਵੇਵਰ ਅਪਾਇੰਟਮੈਂਟਸ ਫਾਰ USA। ਸੋ ਇੱਕ ਬਹੁਤ ਹੌਟ ਟੌਪਿਕ ਅੱਜ ਕੱਲ੍ਹ ਕਿ ਸਭ ਦੇ ਪਾਸੇ ਇਹੀ ਸਿੱਧ ਹੋ ਰਿਹਾ ਕਿ USA ਨੇ ਟੋਟਲੀ ਅਪਾਇੰਟਮੈਂਟਸ ਖਤਮ ਕਰਤੀਆਂ, ਹਾਲਾਂਕਿ ਇੱਦਾਂ ਨਹੀਂ ਹੈਗਾ। ਸੋ ਉਹ ਵੀਜ਼ਾ ਵੇਵਰ ਕੰਟਰੀਜ਼ ਦੀ ਲਿਸਟ ਜਾਰੀ ਕੀਤੀ ਹੈ, ਉਹਦੇ ਵਿੱਚ ਜਿਹੜੇ ਕੰਟਰੀਜ਼ ਦੇ ਜਿਹੜੇ ਪਾਰਟਿਸਿਪੇਟਿੰਗ ਕੰਟਰੀਜ਼ ਆ ਜਾਂ ਜਿਨ੍ਹਾਂ ਦੀ ਰੈਪੂਟੇਸ਼ਨ ਆ ਵੀਜ਼ਾਸ ਦੇ ਲਈ। ਸਪੋਜ਼ ਤੁਹਾਡੇ ਕੋਲ ਇੱਕ ਵੀਜ਼ਾ ਸੀ, ਤੁਸੀਂ ਦੂਸਰੇ ਵੀਜ਼ੇ ਲਈ ਅਪਲਾਈ ਕਰ ਰਹੇ ਹੋ, ਸੋ ਯੈਸ ਤੁਹਾਡੇ ਕੇਸ ਦੇ ਵਿੱਚ ਅੰਬੈਸੀ ਵੀਜ਼ਾ ਵੇਵਰ ਦੇ ਰਹੀ ਆ। ਸੋ ਇੰਡੀਆ ਦੇ ਵਿੱਚੋਂ ਹਾਲਾਂਕਿ ਕੁਝ ਚੀਜ਼ਾਂ ਪਰਸਨਲ ਡਿਸਕ੍ਰਿਸ਼ਨ ਦੇ ਉੱਪਰ ਰੱਖੀਆਂ ਗਈਆਂ ਵੀਜ਼ਾ ਕਾਉਂਸਲਰ ਦੇ ਕਿ ਕਾਉਂਸਲਰ ਦੀ ਮਰਜ਼ੀ ਹੈ ਕਿ ਤੁਹਾਨੂੰ ਵੀਜ਼ਾ ਵੇਵਰ ਦੇਵੇ ਨਹੀਂ ਦੇਵੇ। ਬਟ ਅਗਰ ਅਸੀਂ US ਦਾ ਓਵਰਆਲ ਮਾਹੌਲ ਵੇਖਾਂਗੇ ਤਾਂ ਵੀਜ਼ਾ ਵੇਵਰ ਇੱਥੋਂ ਜਿੰਨਿਆਂ ਦਾ ਬਣਦਾ ਹੈ ਸਭ ਨੂੰ ਬਹੁਤ ਵੱਧ ਮਿਲਣਗੇ। ਔਰ ਆਈ ਕਲੀਅਰਲੀ ਸੀ ਕਿ ਜਿਹੜਾ ਇਹ ਸਮਰ ਹੈ US ਦੇ ਲਈ, ਇਹ ਅਗੇਨ ਇਟ ਇਜ਼ ਗੋਇੰਗ ਟੂ ਬੀ ਵਨ ਆਫ ਦਾ ਬੈਸਟ ਸੀਜ਼ਨਸ ਬਿਕੋਜ਼ ਅੰਬੈਸੀ ਵੀ ਇੱਕ ਬਾਣੀਏ ਵਾਂਗੂ ਆ, ਇੱਕ ਵਪਾਰਕ ਯੂਨਿਟ ਆ। ਸੋ ਬਹੁਤ ਸਮਾਂ ਵਪਾਰ ਨਹੀਂ ਹੋਇਆ। ਸੋ ਯੈਸ, ਜਦੋਂ ਅਪਰਚੂਨਿਟੀ ਆ ਇੱਕ ਰਿਸਕ ਕੈਲਕੂਲੇਟ ਕਰਕੇ, ਸੋ ਜਿੰਨਾ ਕੁ ਜੋਖਮ ਕੈਲਕੂਲੇਟ ਕਰ ਲਿਆ ਉਹਦੇ ਮੁਤਾਬਿਕ ਆਪੋ ਆਪਣਾ ਤਿਆਰੀ ਕਰਕੇ ਯੈਸ ਬਿਜ਼ਨਸ ਨੂੰ ਵਧਾਉਣ ਦੀ ਤਿਆਰੀ ਹੈ ਸਭ ਦੀ। ਔਰ ਇਹਦਾ ਹੀ ਅਗਰ ਵੀਜ਼ਾਸ ਦੇ ਨਾਲ ਗਿਣਤੀ ਕਰੀਏ ਤਾਂ ਜੋ ਸਾਡੇ ਲਈ ਵੀਜ਼ਾ ਆ ਉਹ ਅੰਬੈਸੀ ਲਈ ਬਿਜ਼ਨਸ ਹੈ। ਔਰ ਯੈਸ ਇਸ ਸਮਰ ਦੇ ਵਿੱਚ ਕਾਫੀ ਵੀਜ਼ਾਸ ਮਿਲਣਗੇ। ਸੋ ਵੈਕਸੀਨੇਸ਼ਨ ਦਾ ਕੀ ਸੀਨ ਹੈ? ਕਿਉਂਕਿ ਡਬਲ ਡੋਜ਼ ਹੋਣਾ ਜ਼ਰੂਰੀ ਹੈ, ਉਸ ਤੋਂ ਬਾਅਦ ਬੂਸਟਰ ਡੋਜ਼ ਵੀ ਹੈ, ਫਿਰ ਉਸ ਤੋਂ ਬਾਅਦ PCR ਟੈਸਟ, RT ਟੈਸਟ, ਇਹ ਸਭ ਜ਼ਰੂਰੀ ਨੇ ਕੋਈ ਵੀ ਵਿਜ਼ਟਰ ਜੋ ਅਮਰੀਕਾ ਜਾਣਾ ਚਾਹੁੰਦਾ? ਨਹੀਂ, ਅਸਲ 'ਚ ਇੱਦਾਂ ਨਹੀਂ ਹੈਗਾ। ਇਹ ਜੋ ਪ੍ਰੋਟੋਕਾਲ ਨੇ, ਪਹਿਲਾਂ ਤਾਂ ਬਹੁਤ ਸਾਰੇ ਕੰਟਰੀਜ਼ ਨੇ ਇਹ ਕਰਤਾ ਕਿ ਤੁਸੀਂ ਅਗਰ ਡਬਲ ਵੈਕਸੀਨੇਸ਼ਨ ਹੋਈ ਪਈ ਹੈ ਤਾਂ ਤੁਸੀਂ ਆ ਸਕਦੇ ਹੋ। ਬਟ ਅਮਰੀਕਾ ਦੇ ਵਿੱਚ ਤੁਸੀਂ ਸਿਰਫ ਤੇ ਸਿਰਫ ਚੜ੍ਹਨ ਵੇਲੇ 24 ਘੰਟੇ ਪਹਿਲਾਂ ਤੁਸੀਂ ਇੱਕ ਜਿਹੜਾ RT PCR ਦਾ ਟੈਸਟ ਕਰਾਉਣਾ ਆ, ਉਹ ਹੀ ਲਾਜ਼ਮੀ ਆ। ਸੋ ਇਸ ਤੋਂ ਇਲਾਵਾ ਹੋਰ ਕੋਈ ਪ੍ਰੋਟੋਕਾਲ ਨਹੀਂ ਆ।
ਸੋ ਸਾਨੂੰ ਲੱਗਦਾ ਜ਼ਰੂਰ ਹੈ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਪ੍ਰੋਟੋਕਾਲਸ ਹੋਣਗੇ ਐਮਬੈਸੀ ਦੇ ਵਿੱਚ ਵੀਜ਼ਾਸ ਦੇ ਲਈ ਜਾਣ ਲਈ। ਸੋ 에ਅਰਪੋਰਟਸ ਉੱਪਰ ਬਹੁਤ ਤੰਗ ਕੀਤਾ ਜਾਊਗਾ, ਬਟ ਅਸਲ ਦੇ ਵਿੱਚ ਅਗਰ ਪ੍ਰੈਕਟੀਕਲੀ ਵੇਖੋਗੇ ਤਾਂ ਇਦਾਂ ਦਾ ਕੁਝ ਨਹੀਂ ਹੈਗਾ। ਸੋ ਅੱਜ ਦੀ ਡੇਟ ਵਿੱਚ ਵੀ ਸਟੂਡੈਂਟਸ ਜਾ ਰਹੇ ਆ, ਸੋ ਅੱਜ ਦੀ ਡੇਟ ਵਿੱਚ ਵੀ ਜਿਨ੍ਹਾਂ ਕੋਲ ਟੂਰਿਸਟ ਵੀਜ਼ਾਸ ਆ ਉਹ ਟਰੈਵਲ ਕਰ ਰਹੇ ਆ, ਕਿਸੇ ਕਿਸਮ ਦਾ ਕਿਸੇ ਨੂੰ ਕੋਈ ਰੋਕਿਆ ਨਹੀਂ ਜਾ ਰਿਹਾ। ਔਰ ਵੈਕਸੀਨੇਸ਼ਨ ਦੇ ਨਾਮ ਤੇ ਤੁਹਾਡੇ ਕੋਲ ਸਿਰਫ ਤੇ ਸਿਰਫ ਜਿਹੜੀ ਕਰੰਟ RT-PCR ਦੀ ਜਿਹੜੀ ਰਿਪੋਰਟ ਹੈ ਉਹ ਹੈ ਕਿ ਪਹਿਲਾਂ 72 ਘੰਟੇ ਪਹਿਲਾਂ ਜ਼ਰੂਰੀ ਸੀ, ਉਹਨੂੰ ਘਟਾ ਕੇ ਹੁਣ 24 ਘੰਟੇ ਕਰ ਦਿੱਤਾ ਆ ਜੀ। ਸੋ 24 ਘੰਟੇ ਪਹਿਲਾਂ ਤੁਸੀਂ RT-PCR ਦਾ ਟੈਸਟ ਕਰਵਾਉਣਾ ਆ। ਸੋ ਔਰ ਇਹਦੇ ਨਾਲ ਦੀ ਤੁਹਾਨੂੰ ਸੁਵਿਧਾ ਵੀ 에ਅਰਪੋਰਟ ਦੇ ਉੱਪਰ, ਦਿੱਲੀ 에ਅਰਪੋਰਟ ਦੇ ਉੱਪਰ ਮਿਲ ਜਾਂਦੀ ਹੈ। ਸੋ ਜਿਨ੍ਹਾਂ ਨੇ ਵੀ ਜਾਣਾ ਆ US ਨੂੰ, ਉਹਨਾਂ ਦੇ ਲਈ ਆਲਮੋਸਟ ਸਭ ਤਰੀਕੇ ਦੇ ਪੁਖਤਾ ਪ੍ਰਬੰਧ ਹੈਗੇ ਆ। ਸੋ ਕਿਸੇ ਕਿਸਮ ਦੀ ਰੋਕ ਨਹੀਂ ਹੈਗੀ। ਔਰ WHO ਨੇ ਖੁਦ ਕਿਹਾ ਕਿ ਬਹੁਤ ਜ਼ਿਆਦਾ ਕੰਟਰੀਜ਼ ਨੂੰ ਵਾਰਨ ਕੀਤਾ ਹੈ ਕਿ ਬਹੁਤ ਜ਼ਿਆਦਾ ਡਰ ਵਾਲਾ ਮਾਹੌਲ ਨਹੀਂ ਬਣਾਉਣਾ। ਬਟ ਫਿਰ ਵੀ ਡੈਮੋਕ੍ਰੇਸੀਜ਼, ਪੂਰੀ ਦੁਨੀਆ ਦੀਆਂ ਡੈਮੋਕ੍ਰੇਸੀਜ਼ ਦੇ ਹੱਥ ਵਿੱਚ ਇਹ ਹਥਿਆਰ ਹੈ। ਸੋ ਇਹਨੂੰ ਜਿਸ ਤਰੀਕੇ ਨਾਲ ਮਰਜ਼ੀ ਵਰਤਦੀਆਂ ਨੇ, ਬਟ ਜਦੋਂ ਤੋਂ ਬਿਜ਼ਨਸ ਦੀ ਆਉਂਦੀ ਹੈ ਗੱਲ, ਉੱਥੇ ਜਿੱਦਾਂ ਮੈਂ ਦੱਸਿਆ ਸੀ ਕੈਲਕੂਲੇਟਡ ਰਿਸਕ ਨੂੰ ਭਾਂਪ ਕੇ ਤਾਂ ਉਹਦੇ ਮੁਤਾਬਿਕ ਆਪੋ ਆਪਣਾ ਫੈਸਲਾ ਲੈ ਲਿਆ ਜਾਂਦਾ ਹੈ। ਗਵਰਨਮੈਂਟ ਵੱਲੋਂ ਜੋ ਐਕਸੈਪਟੇਬਿਲਿਟੀ ਰੇਟ ਹੈ ਇੰਡੀਅਨਸ ਨੂੰ ਲੈ ਕੇ, ਜੋ ਇੰਡੀਅਨ ਵਿਜ਼ਟਰਸ ਨੇ, ਚਾਹੇ ਉਹ ਸਟੂਡੈਂਟ ਹੈ, ਚਾਹੇ ਉਹ ਟੂਰਿਸਟ ਹੈ, ਜਾਂ ਕਿਸੇ ਹੋਰ ਕਪੈਸਿਟੀ ਵਿੱਚ ਵੀ ਚਾਹੁੰਦਾ ਹੈ, ਜੋ ਐਕਸੈਪਟੇਬਿਲਿਟੀ ਰੇਟ ਹੈ ਉਹ ਘਟਿਆ ਹੈ ਕਿ ਵਧਿਆ ਹੈ? ਸਰ ਇਹਦਾ ਤੁਹਾਨੂੰ ਜਿੰਦਾ ਜਾਗਦਾ ਸਬੂਤ ਮਿਲ ਜਾਣਾ ਹੈ। ਬੇਸਿਕਲੀ ਇੰਡੀਅਨਸ ਜਿਹੜੇ ਨੇ ਉਹ ਉੱਥੋਂ ਦਾ ਇੰਟੈਲੈਕਟ ਨੇ। ਸੋ US ਦਾ ਬ੍ਰੇਨ ਆ। ਸੋ US ਦੀ ਜਿਹੜੀ ਅਸੀਂ ਕਾਬਲੀਅਤ ਵਾਲੀ ਲਾਈਨ ਦੀ ਗੱਲ ਕਰਦੇ ਹਾਂ, ਉਹ US ਦੇ ਵਿੱਚੋਂ ਇੰਡੀਅਨਸ ਨੇ। ਓਕੇ। ਸੋ ਤੁਸੀਂ ਦੁਨੀਆ ਦੀਆਂ ਜਿੰਨੀਆਂ ਟੌਪ ਸ਼ਾਟ ਕੰਪਨੀਆਂ ਨੇ, ਸੋ ਉਹਨਾਂ ਦੇ ਵਿੱਚ EMPLOYEES ਦੀ ਰੇਸ਼ੋ 35% ਇੰਡੀਅਨਸ ਦੀ ਹੈ। ਦੈਟਸ ਗ੍ਰੇਟ। ਸੋ ਤੁਸੀਂ IBM ਲੈ ਲਓ, ਤੁਸੀਂ ਗੂਗਲ ਲੈ ਲਓ, ਤੁਸੀਂ ਜਿੰਨੀਆਂ ਮਰਜ਼ੀ, ਜਿੰਨੀਆਂ ਇਨਫੋਸਿਸ ਲੈ ਲਓ, ਜਿੰਨੀਆਂ ਟੌਪ ਸ਼ਾਟ ਕੰਪਨੀਆਂ ਨੇ, ਇਹਨਾਂ ਦੇ ਵਿੱਚ 25 ਤੋਂ 35% ਜਿਹੜੀ ਸ਼ਮੂਲੀਅਤ ਆ, ਭਾਗੀਦਾਰੀ ਆ ਜਾਂ ਇੰਪਲੋਏਬਿਲਟੀ ਆ, ਉਹ ਇੰਡੀਆ ਦੇ ਇਕੱਲੇ ਇੰਟੈਲੈਕਟ ਦੀ ਆ। ਔਰ ਤੁਸੀਂ ਵੇਖੋ ਜਿੰਨੀਆਂ ਟੌਪ ਸ਼ਾਟ ਕੰਪਨੀਆਂ ਨੇ, ਸਭ ਦੇ CEO ਤੱਕ ਇੰਡੀਅਨ ਨੇ। ਸ਼ੋਰ। ਸੋ ਹੌਲੀ ਹੌਲੀ ਕੀ ਹੈ ਕਿ ਜਿਸ ਤਰੀਕੇ ਨਾਲ ਜਿਹੜਾ ਦਿਮਾਗੀ ਕੰਮ ਹੈ, ਸੋ ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਆ, ਜਿਹੜਾ ਪੜ੍ਹਿਆ ਲਿਖਿਆ ਦਿਮਾਗ ਹੈ, ਉਹ ਇੰਡੀਆ ਐਕਸਪੋਰਟ ਕਰ ਰਿਹਾ US ਨੂੰ। ਸੋ ਦੋ ਕੈਟਾਗਰੀਜ਼ ਵਿੱਚ ਹੁੰਦਾ ਹੈ ਜਿਹਨੂੰ ਅਸੀਂ ਇੰਟੈਲੈਕਟ ਇੰਪੋਰਟ ਕਰਦਾ US। ਉਹ ਹੈਗਾ, ਇੱਕ ਹੈਗਾ F1 ਦੀ ਕੈਟਾਗਰੀ ਹੈ, ਦੂਸਰੀ ਹੈਗੀ H1 ਦੀ ਕੈਟਾਗਰੀ। ਜੀ। F1 ਦੇ ਵਿੱਚ ਸਟੂਡੈਂਟ ਜਾਂਦਾ ਆ, H1 ਦੇ ਵਿੱਚ ਜਿਹੜੇ ਡਾਇਰੈਕਟ ਜਿਹੜੇ EMPLOYEES ਜਾਂਦੇ ਨੇ IT ਕੰਪਨੀਆਂ ਦੇ। ਸੋ ਇਹ ਦੋਨੋਂ ਕੈਟਾਗਰੀਜ਼ ਜਿਹੜੀਆਂ ਇੱਥੋਂ ਦਾ ਬ੍ਰੇਨ ਡਰੇਨ ਕਰ ਰਹੀ ਨੇ ਉਧਰਲੀ। ਓਕੇ। ਔਰ ਆਬਵੀਅਸਲੀ ਉਸ ਮੁਲਕ ਦੀ ਇਕਨੋਮੀ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ, ਵਾਧਾ ਹੋ ਰਿਹਾ। ਸੋ ਆਬਵੀਅਸਲੀ ਸਾਡੇ ਸਟੂਡੈਂਟਸ ਨੂੰ ਵੀਜ਼ਾ ਮਿਲਦਾ ਆ। ਪਿੱਛੇ ਜੇ US ਗਵਰਨਮੈਂਟ ਨੇ ਟਰੰਪ ਗਵਰਨਮੈਂਟ ਦੇ ਟਾਈਮ ਦੇ ਉੱਪਰ ਕੁਝ F1 ਦੇ ਵਿੱਚ ਰਿਸਟ੍ਰਿਕਸ਼ਨਸ ਲਾਈਆਂ ਸੀ। ਔਰ 2 ਯੂਨੀਵਰਸਿਟੀਜ਼ ਨੇ ਸੁਪਰੀਮ ਕੋਰਟ ਦਾ, ਉੱਥੋਂ ਦੀ ਕੋਰਟ ਦਾ, ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਅਗਰ ਅਸੀਂ F1 ਦੇ ਉੱਪਰ ਰੋਕ ਲਾਵਾਂਗੇ, ਅਮਰੀਕਾ ਦਾ ਇੰਟੈਲੈਕਟ ਇੰਪੋਰਟ ਬੰਦ ਹੋ ਜਾਏਗਾ। ਔਰ 1 ਵੀਕ ਦੇ ਵਿੱਚ ਹੀ ਜਿਹੜਾ ਰੂਲ ਇੰਪੋਜ਼ ਕੀਤਾ ਗਿਆ ਸੀ ਉਹ ਉਦਾਂ ਹੀ ਰੋਲ ਬੈਕ ਹੋ ਗਿਆ ਔਰ ਲਾਗੂ ਨਹੀਂ ਹੋ ਸਕਿਆ। ਸੋ ਜਿਹੜੇ ਲੋਕਲਸ ਨੇ ਉਹ ਬਹੁਤ ਜ਼ਿਆਦਾ ਗ੍ਰੈਜੂਏਸ਼ਨ ਨਹੀਂ ਕਰਦੇ, ਬਹੁਤ ਜ਼ਿਆਦਾ ਪੜ੍ਹੇ ਲਿਖੇ ਲੋਕ ਨਹੀਂ ਹੈਗੇ ਅਮਰੀਕਾ ਦੇ ਵਿੱਚ। ਜਦ ਕਿ ਜਿਹੜੀ ਸਾਡੀ ਇੰਡੀਅਨ ਕਮਿਊਨਿਟੀ ਆ, ਇਹਦੇ ਲਗਭਗ 70% ਲੋਕ ਜਿਹੜੇ ਨੇ ਉਹ ਗ੍ਰੈਜੂਏਟਸ ਨੇ। ਸੋ ਤੁਸੀਂ ਵੇਖੋ ਬਹੁਤ ਵੱਡਾ, ਅਗਰ ਤੁਸੀਂ ਪੂਰੇ ਦੁਨੀਆ ਦੇ ਆਸੇ-ਪਾਸੇ ਤੁਸੀਂ ਅਗਰ ਇਹਨੂੰ ਕੰਪੈਰੀਜ਼ਨ ਕਰੋਗੇ, ਇੰਨਾ ਹਾਈਅਰ ਜਿਹੜੀ ਪਾਪੂਲੇਸ਼ਨ ਆ ਜਿਹੜੇ ਗ੍ਰੈਜੂਏਟਸ ਦੀ, ਉਹ ਪੂਰੀ ਦੁਨੀਆ 'ਚ ਕਿਤੇ ਨਹੀਂ ਹੈਗੀ। ਸੋ 70% ਆਫ ਆਰ ਇੰਡੀਅਨਸ ਦੇ ਆਰ ਗ੍ਰੈਜੂਏਟਸ ਇਨ US। ਔਰ US ਦੇ ਵਿੱਚ ਜਿਹੜੀ ਸਾਡੀ ਜਿਹੜੀ ਇਨਕਮ ਉਹ ਨਾਰਮਲ ਜਿਹੜਾ ਅਮਰੀਕਨ ਆ ਉਹ ਤੋਂ ਦੁੱਗਣੀ ਆ। ਸੋ ਇਹ ਔਨ ਐਨ ਐਵਰੇਜ ਦੀ ਗੱਲ ਕਰ ਰਿਹਾ ਮੈਂ, ਅਗਰ ਅਸੀਂ ਡਾਟੇ ਦੇ, ਅੰਕੜੇ ਦੇ, ਸਟੈਟਸ ਦੇ ਉੱਪਰ ਗੱਲ ਕਰੀਏ। ਸੋ ਆਬਵੀਅਸਲੀ ਸਾਡੇ ਲੋਕ ਜਾ ਕੇ ਮਿਹਨਤੀ ਨੇ, ਸਾਡੇ ਲੋਕ ਜਾ ਕੇ ਪੜ੍ਹੇ ਲਿਖੇ ਨੇ। ਸੋ ਅਸੈਪਟੇਬਿਲਿਟੀ ਦੇ ਵਿੱਚ ਤਾਂ ਦੂਸਰੀ ਕੋਈ ਰਾਏ ਰਹੇਗੀ ਨਹੀਂ ਕਿ ਇਸ ਤੋਂ ਬਿਹਤਰ ਕੋਈ ਹੋਰ ਉਹਨਾਂ ਨੂੰ ਮੁਲਕ ਮਿਲ ਸਕਦਾ ਹੈ। ਯਾਨੀ ਕਿ ਅਸੀਂ ਜਿਹਨੂੰ ਬ੍ਰੇਨ ਡਰੇਨ ਕਵਾਂਗੇ, ਉਹ ਬ੍ਰੇਨ ਗੇਨ ਹੈ ਐਕਚੁਅਲੀ। ਯੈਸ, ਉਹਨਾਂ ਦਾ ਬ੍ਰੇਨ ਗੇਨ ਆ, ਬਿਕਾਜ਼ ਆਬਵੀਅਸਲੀ ਉਹਨਾਂ ਦੀ ਇਕਨੋਮੀ ਇਸ ਚੀਜ਼ ਤੋਂ ਚੱਲਦੀ ਹੈ, ਸਟਰੋਂਗ ਹੋ ਰਹੀ ਹੈ। H1 ਦੇ ਉੱਪਰ ਕਿੰਨੀਆਂ ਰੈਸਟ੍ਰਿਕਸ਼ਨਸ ਲੱਗੀਆਂ। ਯੈਸ। H1 ਦੇ ਉੱਪਰ ਜਿਹੜੀਆਂ ਕੰਪਨੀਆਂ ਕੋਰਟ ਦੇ ਵਿੱਚ ਗਈਆਂ, ਉਹਨਾਂ ਨੂੰ ਕਹਿਤਾ ਟਰੰਪ ਗਵਰਨਮੈਂਟ ਦੇ ਟਾਈਮ ਦੇ ਵਿੱਚ ਵੀ, ਬਿਕਾਜ਼ ਇਹ ਮੁੱਦਾ ਬਣਾਇਆ ਸੀ ਸਵਦੇਸ਼ੀ ਵਾਲਾ ਕਿ ਬਾਹਰੋਂ ਅਸੀਂ ਜੌਬਸ ਦੇ ਉੱਪਰ ਲੋਕ ਨਹੀਂ ਰੱਖਣੇ, ਸਾਡੇ ਲੋਕ ਨੂੰ ਘੱਟ ਸੈਲਰੀ ਮਿਲਦੀ ਹੈ, ਬਾਹਰਲਿਆਂ ਨੂੰ ਜ਼ਿਆਦਾ ਸੈਲਰੀ ਦੇਣੀ ਪੈਂਦੀ ਹੈ। ਬਟ ਅਸਲ 'ਚ ਲੋਕਲਸ ਵਿੱਚ ਉਹ ਕੈਪੇਬਿਲਿਟੀ ਵੀ ਤਾਂ ਹੋਵੇ, ਇੱਕ ਕੰਪਨੀ ਦੇ ਵਿੱਚ ਹਾਇਰ ਅਥਾਰਟੀ ਦੇ ਵਿੱਚ ਕੰਮ ਕਰਨ ਦਾ ਇੰਟੈਲੈਕਟ ਤਾਂ ਹੋਵੇ। ਸੋ ਇਹਦੇ ਖਿਲਾਫ ਵੀ, ਟਰੰਪ ਗਵਰਨਮੈਂਟ ਦੇ ਖਿਲਾਫ ਵੀ ਉਸ ਟਾਈਮ ਦੇ ਉੱਪਰ ਕੁਝ ਕੰਪਨੀਆਂ ਜਿਹੜੀਆਂ ਉਹ ਕੋਰਟ ਦੇ ਵਿੱਚ ਗਈਆਂ, ਤਾਂ ਕੋਰਟ ਨੇ ਉਹਨਾਂ ਨੂੰ ਰਿਲੀਫ ਦਿੱਤੀ ਕਿ ਤੁਸੀਂ H1 ਦੇ ਉੱਪਰ ਆਪਣੀ ਕੰਪਨੀ ਵਿੱਚ ਜਿਹੜਾ EMPLOYE ਰੱਖਣਾ ਤੁਸੀਂ ਰੱਖ ਸਕਦੇ ਹੋ। ਹਾਲਾਂਕਿ ਉਹਨੂੰ ਫੈਡਰਲ ਕਾਨੂੰਨ ਨਹੀਂ ਬਣਾਇਆ, ਇਹ ਸਾਂਝਾ ਕਾਨੂੰਨ ਨਹੀਂ ਬਣਾਇਆ ਕਿ ਸਾਰੇ ਪਾਸੇ ਤੁਸੀਂ ਇਹਨੂੰ ਲਾਗੂ ਕਰ ਦਿੱਤਾ ਜਾਵੇ, ਬਿਕੋਜ਼ ਲਾਈਕ ਰਾਸ਼ਟਰਪਤੀ ਦਾ ਆਦੇਸ਼ ਸੀਗਾ।
ਬਟ ਜਿਹੜੀ ਕੰਪਨੀ ਨੇ ਰਿਲੀਫ ਮੰਗੀ ਉਹਨਾਂ ਨੂੰ ਅਲਾਉ ਕਰਤਾ ਕਿ ਤੁਸੀਂ H1 ਦੇ ਉੱਪਰ ਅਗਰ ਰਿਕਰੂਟਮੈਂਟ ਕਰਨੀ ਹੈ ਤੇ ਤੁਹਾਨੂੰ ਅਲਾਉਡ ਹੈ, ਜਿਹਨੇ ਕੋਰਟ 'ਚ ਅਪੀਲ ਕੀਤੀ ਹੈ ਤੁਸੀਂ ਰੱਖ ਸਕਦੇ ਹੋ। ਓਕੇ, ਮਤਲਬ ਕਾਫੀ ਰਿਲੈਕਸੇਸ਼ਨਸ ਵੀ ਨੇ, ਕਾਫੀ ਬੈਨੀਫਿਟਸ ਵੀ ਨੇ ਸਾਨੂੰ ਉੱਥੇ ਜਾਣ ਦੇ। ਸੋ ਇੱਕ ਕਲਾਸ ਉਹ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਲੇਬਰ ਕਲਾਸ, ਵਰਕਰਸ। ਇੱਕ ਤਾਂ ਤੁਸੀਂ ਆਪਾਂ ਗੱਲਬਾਤ ਕਰ ਰਹੇ ਹਾਂ ਜੋ ਪੜ੍ਹੇ ਲਿਖੇ ਨੇ, ਡਿਗਰੀਜ਼ ਨੇ, ਸਟੂਡੈਂਟਸ ਨੇ, ਜੋ CEO ਦੀ ਗੱਲ ਕੀਤੀ ਹੈ, ਅਸੀਂ ਵੱਡੀਆਂ ਵੱਡੀਆਂ ਕੰਪਨੀਜ਼ ਦੀ ਗੱਲ ਕੀਤੀ ਹੈ। ਲੇਬਰ ਕਲਾਸ, ਵਰਕਿੰਗ ਕਲਾਸ, ਉਹਨਾਂ ਦਾ ਕੀ ਸਟੇਟਸ ਹੈ ਇਸ ਵਕਤ? ਬੇਸਿਕਲੀ ਉਹਦੇ ਵਿੱਚ ਵੀ ਸਾਡੇ ਲੋਕ ਸਭ ਤੋਂ ਵੱਧ ਨੇ। ਸੋ ਜਿਹੜੀਆਂ ਜਿਹਨੂੰ ਤੁਸੀਂ ਸਭ ਤੋਂ ਔਡ ਜੌਬਸ ਕਹਿੰਦੇ ਨੇ, ਸਭ ਤੋਂ ਟਾਇਰਿੰਗ ਜੌਬਸ ਕਹਿੰਦੇ ਨੇ, ਸਭ ਤੋਂ ਉਹ ਵਾਲੀਆਂ ਜੌਬਸ ਜਿਨ੍ਹਾਂ ਵਿੱਚ ਲੋਕੀ ਜ਼ਿਆਦਾ ਕੰਮ ਲਾਈਕ ਲੋਕਲਸ ਨਹੀਂ ਕਰਦੇ, ਇਹਨੂੰ ਆਪਾਂ ਬਲੂ ਕਾਲਰ ਜੌਬਸ ਕਹਿ ਸਕਦੇ ਹਾਂ। ਤੁਸੀਂ ਕਹਿ ਸਕਦੇ ਹੋ। ਜਿੱਦਾਂ ਹੁਣ ਟਰੱਕਿੰਗ ਹੈ, ਟਰੱਕਿੰਗ ਦੇ ਵਿੱਚ ਆਲਮੋਸਟ ਤੁਸੀਂ ਵੇਖੋਗੇ ਸਾਰੇ ਸਾਡੇ ਦੇਸੀ ਲੋਕ ਨੇ। ਸੋ ਸਾਰੀਆਂ ਕੰਪਨੀ ਸਾਡੇ ਲੋਕ ਹੀ ਚਲਾਉਂਦੇ ਨੇ। ਸੋ ਇਹ ਸਾਡਾ ਦੋਨੋਂ ਪਾਸੇ ਦਬਦਬਾ ਹੈ। ਬਿਕੋਜ਼ ਜਦੋਂ ਅਸੀਂ ਇੰਡੀਆ ਦੇ ਵਿੱਚ ਰਹਿ ਕੇ, ਪੰਜਾਬ 'ਚ ਰਹਿ ਕੇ, ਅਸੀਂ ਭਾਵੇਂ ਨੱਕਾ ਮੋੜਨ ਜਾਈਏ ਨਾ ਜਾਈਏ, ਅਸੀਂ ਖੇਤੀ ਪੈਲੀ ਪਾਣੀ ਲਾਉਣ ਜਾਈਏ ਨਾ ਜਾਈਏ, ਜਦੋਂ ਅਸੀਂ ਘਰੋਂ ਬਾਹਰ ਹਾਂ, ਮੈਂ ਖੁਦ ਵੇਖਿਆ ਸਾਡੇ ਮੁੰਡੇ 18 20 ਘੰਟੇ ਕੰਮ ਕਰਦੇ ਨੇ ਦਿਹਾੜੀ ਦੇ। ਸੋ ਇੰਨਾ ਜਜ਼ਬਾ, ਬਿਕੋਜ਼ ਤੁਸੀਂ ਜਦੋਂ ਬਾਹਰ ਆਏ ਹੋ ਤੁਸੀਂ ਉਦੋਂ ਕੋਈ ਸਟੋਨ ਅਨਟਰਨਡ ਛੱਡਦੇ ਨਹੀਂ ਆ। ਸੋ ਤੁਸੀਂ 18 20 ਘੰਟੇ ਕੰਮ ਕਰ ਲੈਣਾ, ਇਹ ਕੋਈ ਛੋਟੀ ਚੀਜ਼ ਨਹੀਂ ਆ। ਇਹ ਔਰ ਇੰਨੀ ਮਿਹਨਤ ਗੋਰਿਆਂ ਦੇ ਖੂਨ ਵਿੱਚ ਨਹੀਂ ਹੈਗੀ। ਬਿਕੋਜ਼ ਉਹ 5 ਡੇਜ਼ ਵੀਕ ਵਾਲੇ ਲੋਕ ਨੇ, 2 ਦਿਨ ਕੰਮ ਕਰਨਾ ਹੋਵੇ ਉਹ ਨੈਕਸਟ ਡੇ ਵਿਦਆਊਟ ਐਨੀ ਥਾਟ ਮਨਾ ਆ। ਸੋ ਤੁਸੀਂ ਡਬਲ ਸੈਲਰੀਜ਼ ਆਫਰ ਕਰੋ, ਜੋ ਮਰਜ਼ੀ ਕਰੋ, 2 ਦਿਨ ਛੁੱਟੀ ਆ ਤਾਂ ਛੁੱਟੀ ਆ, 5 ਡੇਜ਼ ਜੌਬ ਹੈ। ਸੋ ਉਹ ਉਹਨਾਂ ਦਾ DNA ਹੈ, ਕਲਚਰਲ DNA ਹੈ। ਯੂ ਆਲਵੇਜ਼ ਰਿਮੇਨ ਦਾ ਵੇ ਯੂ ਗਰੋ ਅਪ। ਬਿਕੋਜ਼ ਅਸੀਂ ਜਿਸ ਤਰੀਕੇ ਨਾਲ ਅਸੀਂ ਵੱਡੇ ਹੋਏ ਆ, ਅਸੀਂ ਉੱਦਾਂ ਦੇ ਰਹਿਣਾ ਆ। ਸੋ ਜਿਸ ਤਰੀਕੇ ਨਾਲ ਉਹ ਜੰਮੇ ਪਲੇ ਵੱਡੇ ਹੋਏ ਆ, ਉਹਨਾਂ ਨੇ ਉੱਦਾਂ ਦੇ ਰਹਿਣਾ ਆ। ਸੋ ਇਟ ਟੇਕ ਜਨਰੇਸ਼ਨਸ ਟੂ ਚੇਂਜ। ਇਹ ਟਰਾਂਸਫਾਰਮੇਸ਼ਨ ਆ, ਬੇਸਿਕਲੀ ਸੋਸ਼ਲ ਟਰਾਂਸਫਾਰਮੇਸ਼ਨ ਆ, ਕਿ ਤੁਸੀਂ ਆਪਣਾ ਸਭ ਕੁਝ ਆਪਣੀ ਸੋਚ ਛੱਡ ਕੇ ਤੇ ਇੱਕਦਮ ਗੋਰਿਆਂ ਵਾਂਗੂ ਹੋ ਜਾਓ। ਇਹ ਰਾਤੋਂ ਰਾਤ ਨਹੀਂ ਹੋਣ ਲੱਗਾ। ਇਹ ਟੇਕ ਜਨਰੇਸ਼ਨਸ। ਸੋ ਕਮ ਸੇ ਕਮ ਤੁਹਾਡਾ ਅੱਜ ਵੀ ਤੁਹਾਨੂੰ ਪਿੰਡ ਨੂੰ ਜਾ ਕੇ ਤੁਹਾਨੂੰ ਸਵਾਦ ਆਉਂਦਾ ਹੋਊ, ਕਈ ਚੀਜ਼ਾਂ ਨੂੰ ਜਾ ਕੇ ਤੁਹਾਡੇ ਵੀ ਕੁਝ ਜਿਹੜੀਆਂ ਚੀਜ਼ਾਂ ਤੁਹਾਡੀ ਕੁਝ ਯਾਦਾਂ ਜਿਹੜੀਆਂ ਬਚਪਨ ਤੁਹਾਡੇ ਨਾਲ ਜੁੜੀਆਂ ਹੋਣਗੀਆਂ, ਤੁਹਾਡਾ ਹਾਲੇ ਵੀ ਬੈਕ ਟੂ ਬੇਸਿਕਸ ਰੂਟਸ ਨੂੰ ਜਾਣ ਨੂੰ ਤੁਹਾਨੂੰ ਸਵਾਦ ਆਉਂਦਾ ਹੋਊਗਾ। ਸੋ ਇਸੇ ਤਰੀਕੇ ਨਾਲ ਜਿਹੜੇ ਲੋਕ ਕਿਤੋਂ ਪੰਜਾਬ ਨੂੰ ਛੱਡ ਕੇ ਬਾਹਰ ਗਏ ਆ, ਉਹ ਕਿਤੇ ਨਾ ਕਿਤੇ ਮੁੜ ਉਸੇ ਪਰਿਭਾਸ਼ਾ 'ਚ ਆਪਣੇ ਆਪ ਨੂੰ ਪਸੰਦ ਕਰਦੇ ਨੇ। ਸੋ ਇਸ ਕਰਕੇ ਇਹ ਚੀਜ਼ਾਂ ਸਾਡੇ ਨਾਲ ਜੁੜੀਆਂ ਨੇ, ਸਖਤ ਮਿਹਨਤ ਸਾਡੇ ਨਾਲ ਜੁੜੀ ਹੈ। ਸੋ ਸਾਡੇ ਲੋਕ ਇੱਥੇ ਬੇਆਬਾਦ ਜ਼ਮੀਨਾਂ ਸੀ। ਮੈਨੂੰ ਖੁਦ ਨੂੰ ਯਾਦ ਆ ਬਚਪਨ ਦੇ ਵਿੱਚ ਅਸੀਂ ਜਦੋਂ ਜ਼ਮੀਨਾਂ ਵੇਖਦੇ ਸੀ, ਬਹੁਤ ਜ਼ਿਆਦਾ ਮਸ਼ੀਨਰੀ ਨਹੀਂ ਹੁੰਦੀ ਸੀ ਤੇ ਬਹੁਤ ਸਾਰੇ ਖੇਤ ਉਜਾੜ ਬੀਆਬਾਨ ਹੁੰਦੇ ਸੀ। ਹੁਣ ਤੁਸੀਂ ਲੰਘ ਕੇ ਵੇਖੋ, ਪੰਜਾਬ ਦੇ ਲੋਕਾਂ ਨੇ ਦਰਿਆ ਦੇ ਅੰਦਰ ਜਾ ਕੇ ਦਰਿਆ ਦੇ ਟਾਪੂ ਵਾਏ ਹੋਏ ਆ। ਸ਼ੋਰ ਹੈ, ਸਹੀ ਗੱਲ ਹੈ। ਹੁਣ ਅਸੀਂ ਕੋਈ ਮਿਹਨਤ ਵਾਲੇ ਪਾਸੇ ਪਿੱਛੇ ਨਹੀਂ ਹਟਦੇ। ਦੈਟਸ ਰਾਈਟ। ਤੁਸੀਂ ਇਹ ਦੱਸੋ ਮੈਨੂੰ, ਇੱਕ ਆਊਟ ਆਫ ਸਿਲੇਬਸ ਕੁਐਸਚਨ ਪੁੱਛਣ ਲੱਗਾ ਕਿ ਆਪਾਂ ਪੰਜਾਬੀ ਬਹੁਤ ਦੇਰ ਤੋਂ ਅਮਰੀਕਾ ਜਾ ਰਹੇ ਹਾਂ, ਉੱਥੇ ਸਾਨੂੰ ਐਕਸੈਪਟ ਕੀਤਾ ਜਾਂਦਾ ਹੈ। ਐਜੂਕੇਸ਼ਨ ਸੈਂਟਰ ਹੋਵੇ, ਰਿਸਰਚ ਸੈਂਟਰ ਹੋਵੇ, ਇਕਨੋਮੀ ਹੋਵੇ, ਸਾਇੰਸ ਦਾ ਸੈਕਟਰ ਹੋਵੇ, ਡਾਕਟਰਸ, ਇੰਜੀਨੀਅਰਸ, ਪਤਾ ਨਹੀਂ ਕੀ ਕੁਝ ਉੱਥੇ IT ਸਪੈਸ਼ਲਿਸਟ ਬੈਠੇ ਹੋਏ ਨੇ। ਵਰਕਰਸ ਦੇ ਵੱਲ ਵੀ ਸਾਡਾ ਦਬਦਬਾ ਹੈ, ਜਿਹਨੂੰ ਅਸੀਂ ਲੇਬਰ ਕਲਾਸ ਕਹਿੰਦੇ ਹਾਂ। ਤੁਸੀਂ ਦੱਸਿਆ ਦੋਵੇਂ ਪਾਸੇ ਸਾਡਾ ਦਬਦਬਾ ਹੈ। ਅਸੀਂ ਕੰਮ ਕਰਨ ਲੱਗਿਆਂ ਨੋ ਸਟੋਨ ਅਨਟਰਨਡ ਰਹਿੰਦਾ ਹੈ। ਅਸੀਂ ਪੂਰੀ ਵਾਹ ਲਾਉਂਦੇ ਹਾਂ ਹਰ ਕੰਮ ਕਰਨ ਵਾਸਤੇ। ਅਮਰੀਕਨਸ ਤੇ ਕੋਈ ਅਸਰ ਨਹੀਂ ਪਿਆ ਸਾਡਾ ਪੰਜਾਬੀਆਂ ਦਾ? ਬਹੁਤ ਅਸਰ ਹੈ। ਖੈਰ ਉਹਨਾਂ ਨੂੰ ਵੀ ਬਹੁਤ ਚੀਜ਼ਾਂ ਜਿਹੜੀਆਂ ਸਾਡੇ ਕਲਚਰ ਦੀਆਂ ਚੰਗੀਆਂ ਲੱਗਦੀਆਂ ਨੇ। ਸੋ ਫ੍ਰੀ ਕਿਚਨ, ਕੋਈ ਸੋਚਦਾ ਨਹੀਂ ਹੁੰਦਾ ਕਿ ਬਾਬੇ ਨਾਨਕ ਦਾ ਲੰਗਰ ਜਿਹੜਾ ਫ੍ਰੀ ਵੀ ਹੁੰਦਾ ਹੋਊਗਾ। ਸੋ ਆਈ ਹੈਵ ਸੀਨ, ਮੈਂ ਬਹੁਤ ਟਰੈਵਲ ਕੀਤਾ ਲਾਈਕ ਅਰਲੀ ਡੇਜ਼ ਦੇ ਵਿੱਚ। ਸੋ ਲੋਕ ਇਸ ਚੀਜ਼ ਨੂੰ ਬਹੁਤ, ਸਭ ਤੋਂ ਵੱਡਾ ਹੈਰਾਨੀ ਵਾਲਾ ਇਹ ਹੁੰਦਾ ਸੀ ਕਿ ਫ੍ਰੀ ਕਿਚਨ ਕਿੱਦਾਂ ਹੁੰਦੀ ਹੈ। ਸ਼ੋਰ, ਕੋਈ ਕਿਸੇ ਨੂੰ ਖਾਣਾ ਫ੍ਰੀ ਕਿੱਦਾਂ ਦਿੰਦਾ ਆ, ਇਹ ਚੀਜ਼ਾਂ ਨਹੀਂ ਸਮਝ ਲੱਗਦੀਆਂ ਸੀ। ਤੇ ਹੁਣ ਉਹਨਾਂ ਨੂੰ ਸਾਡੀਆਂ ਭਾਵਨਾਵਾਂ ਦੀ ਕਦਰ ਹੈਗੀ ਆ। ਸੋ ਉਹ ਸਾਡੇ ਨਾਲ ਰਲੇ ਮਿਲੇ ਨੇ। ਔਰ ਖੈਰ ਇੱਕ ਚੀਜ਼ ਸਭ ਤੋਂ ਚੰਗੀ ਆ ਕਿ ਉਹਨਾਂ ਦੇ ਵਿੱਚ ਅਸੈਪਟੇਬਿਲਟੀ ਬਹੁਤ ਹੈ। ਰੇਸਿਸਟ ਜ਼ਰੂਰ ਹੋ ਸਕਦੇ ਨੇ, ਬਟ ਅਸੈਪਟੇਬਿਲਟੀ ਵੀ ਅਗਰ ਗੱਲ ਕਰੀਏ ਤਾਂ ਸਭ ਤੋਂ ਵੱਧ ਇਹਨਾਂ ਦੀ ਕੌਮ ਦੇ ਵਿੱਚ ਹੀ ਆ। ਸੋ ਦੇਖੋ, ਪੂਰੀ ਦੁਨੀਆ ਨੂੰ ਆਪਦੇ ਘਰ 'ਚ ਲਿਆ ਕੇ ਵਸਾਉਣ ਵਾਲੇ ਵੀ ਇਹੀ ਲੋਕ ਨੇ। ਸੋ ਚਾਹੇ ਤੁਸੀਂ US ਵੇਖੋ, ਚਾਹੇ ਤੁਸੀਂ ਕੈਨੇਡਾ ਵੇਖੋ, ਚਾਹੇ ਤੁਸੀਂ UK ਵੇਖੋ, ਇਹ ਸ਼ੁਰੂਆਤੀ ਉਹ ਲੋਕ ਨੇ ਜਿਨ੍ਹਾਂ ਨੇ ਆਪੋ ਆਪਣੇ ਮੁਲਕ ਵਸਾਏ ਤੇ ਫਿਰ ਬਾਹਰ ਦੇ ਲੋਕਾਂ ਨੂੰ ਵੀ ਆਪੋ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ, ਜਗ੍ਹਾ ਦਿੱਤੀ, ਰਹਿਣ ਦਾ ਅਧਿਕਾਰ ਦਿੱਤਾ ਔਰ ਉਹ ਸਾਰੇ ਹੱਕ ਦਿੱਤੇ। ਹਾਂ, ਹੁਣ ਸਾਡੀ ਸੋਚ ਸਮਝ ਉਹ ਐਕਸਟ੍ਰੀਮ ਲਾਈਕ ਜਿਹੜੀ ਅਸੈਪਟੇਬਿਲਟੀ ਵੱਲ ਤੱਕ ਜ਼ਰੂਰ ਜਾਏਗੀ, ਬਟ ਅਸੀਂ ਰੇਸਿਸਟ ਹੋਏ ਪਏ ਹਾਂ। ਸੋ ਤੁਸੀਂ ਆਪਣੇ ਨੇੜੇ ਤੇੜੇ ਤੁਸੀਂ ਦੂਸਰੀ ਕੌਮ ਦਾ ਬੰਦਾ ਬਰਦਾਸ਼ਤ ਨਹੀਂ ਕਰਦੇ, ਬਟ ਉਹਨਾਂ ਦੇ ਵਿੱਚ ਜੈਨਰਿਕ ਅਸੈਪਟੇਬਿਲਟੀ ਬਹੁਤ ਹੈ। ਸੋ ਯੈਸ, ਉਹ ਕਿਰਦਾਰ ਚੰਗੇ ਨੇ। ਸੋ ਯੈਸ, ਜਿਹੜੀਆਂ ਆਦਤਾਂ ਦਾ ਵੇ ਦੇ ਹੈਵ ਗਰੋਨ ਅਪ, ਉਹ ਰਾਤੋਂ ਰਾਤ ਨਹੀਂ ਬਦਲਦੀਆਂ। ਬਟ ਜਿਹੜਾ ਮਿਲਾਪੜਾ ਸੁਭਾਅ ਹੋਏ ਪਏ ਨੇ, ਲੋਕ ਇੱਕ ਦੂਜੇ ਨੂੰ ਵੇਖ ਕੇ ਖੁਸ਼ ਨੇ, ਇਹ ਲਾਈਕ ਜਿਹੜੀ ਸੋਸ਼ਲ ਅਸੈਪਟੈਂਸ ਆ, ਇਹ ਸਾਡੇ ਨਾਲ ਇਹਦੇ ਲਈ ਉਹਨਾਂ ਨੂੰ ਵੀ ਸਲੂਟ ਆ। ਬਿਕੋਜ਼ ਉਸ ਕਮਿਊਨਿਟੀ ਦੇ ਵਿੱਚ ਚੈਰਿਟੀ ਬਹੁਤ ਹੈ। ਸੋ ਤੁਸੀਂ ਵੇਖੋਗੇ ਉਹਨਾਂ ਦੇ ਵਿੱਚ ਅਗਰ ਤੁਸੀਂ ਕਿਸੇ ਨੂੰ ਗੋਰੇ ਦੀ ਪਛਾਣ ਪੁੱਛੋਗੇ ਤਾਂ 2 ਚੀਜ਼ਾਂ ਦੀ ਹੁੰਦੀ ਹੈ। ਸੋ ਜਨਰਲ ਲਾਈਕ ਇਸ ਤਰੀਕੇ ਨਾਲ ਜਾਣਿਆ ਜਾਂਦਾ ਕਿ ਸਪੋਰਟਸ ਵਾਲਾ ਕਲੱਬ ਕਿਹੜਾ ਸਪੋਰਟ ਕਰਦੇ ਹੋ,
ਤੇ ਚੈਰਿਟੀ ਕਿਹੜੀ ਸਪੋਰਟ ਕਰਦੇ ਹੋ। ਹਾਂ ਸੋ ਤੀਸਰੀ ਚੀਜ਼ ਉਹਨਾਂ ਨੂੰ ਜਿੱਦਾਂ ਅਸੀਂ ਗਿਣਦੇ ਹਾਂ ਕਿ ਤੁਸੀਂ ਕੌਣ ਹੋ, ਕਿੱਥੇ ਜੰਮੇ, ਕਿੱਥੇ ਪਲੇ, ਜੇ ਉਹ ਇਹਨਾਂ ਚੀਜ਼ਾਂ ਨਾਲ ਬਾਹਲਾ ਨਹੀਂ ਹੁੰਦਾ। ਸੋ ਆਹ ਦੋ ਚੀਜ਼ਾਂ ਉਹਨਾਂ ਦੀ ਕਾਮਨ ਹੈ। ਸੋ ਤੁਸੀਂ ਇਸ ਤੋਂ ਉਹਨਾਂ ਦੀਆਂ ਵੈਲਿਊਜ਼ ਦਾ ਅੰਦਾਜ਼ਾ ਲਾ ਸਕਦੇ ਹੋ। ਸਪੋਰਟਸਮੈਨ ਹੋਣ ਤੇ ਚੈਰਿਟੀ ਕਰਦੇ ਹੋਣ, ਇਹ ਦੋ ਚੀਜ਼ਾਂ ਜ਼ਰੂਰੀ ਨੇ ਅਮਰੀਕਨਸ ਵਾਸਤੇ। ਜੇ ਮੈਂ ਇਹ ਸਟੇਟਮੈਂਟ ਦਵਾਂ ਕਿ ਅਮਰੀਕਾ ਇਜ਼ ਅ ਲੈਂਡ ਆਫ ਮਾਈਗ੍ਰੈਂਟਸ, 100% ਬਿਕੋਜ਼ ਅਮਰੀਕਾ, ਮੈਂ ਅਕਸਰ ਆਪਣੀ ਭਾਸ਼ਾ 'ਚ ਬੋਲਦਾ ਹੁੰਦਾ ਕਿ ਅਮਰੀਕਾ ਕਿਸੇ ਦੇ ਪਿਓ ਦਾ ਨਹੀਂ ਹੈ। 100% ਲੋਕ ਮਾਈਗ੍ਰੈਂਟਸ ਨੇ, 100% ਲੋਕ ਬਾਹਰੋਂ ਜਾ ਕੇ ਵਸੇ ਆ। ਸੋ ਸਾਰੇ ਲੋਕ ਬਾਹਰੋਂ ਆਏ, ਸੋ ਉਹ ਕਿਸੇ ਦੀ ਜਗ੍ਹਾ ਨਹੀਂ ਹੈਗੀ ਅਸਲ 'ਚ, ਔਰ ਇਸੇ ਕਰਕੇ ਹੀ ਇੰਨੀ ਜ਼ਿਆਦਾ ਅਸੈਪਟੈਂਸ ਹੈ। ਹਾਂ, ਉੱਥੇ ਲਾਈਕ ਜਿਹੜੇ ਪੋਲੀਟੀਕਲ ਮੁੱਦੇ ਗਾਂ ਦੀ ਗਾਂ ਕਈ ਹੋਣ ਲੱਗ ਪਏ ਆ, ਬਟ ਸਟਿਲ ਅਗਰ ਅਸੀਂ ਇਸ ਤੋਂ ਬਿਹਤਰ ਅਗਰ ਅਸੀਂ ਸਮਾਜ ਵੇਖਾਂਗੇ ਤਾਂ ਇਸ ਤੋਂ ਬਿਹਤਰ ਹੁੰਦੇ ਨਹੀਂ ਹੈ। ਸੋ ਜੋ ਲੋਕ ਮਾਈਗ੍ਰੇਟ ਕਰਨਾ ਚਾਹੁੰਦੇ ਨੇ ਅਮਰੀਕਾ, ਕਈ ਵਾਰ ਉਹ ਇਲੀਗਲ ਮੈਥਡਸ ਮੈਕਸੀਕੋ ਦੇ ਵਾਇਆ ਮੈਕਸੀਕੋ ਔਰ ਹੋਰ ਵੀ ਕਈ ਮੈਥਡਸ ਅਡਾਪਟ ਕਰਦੇ ਨੇ, ਯੂ ਬੈਟਰ ਨੋ ਇਟ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਬੇਸਿਕਲੀ ਉਹ ਜਾਨਾਂ ਦਾ ਖੌਅ ਹੈ। ਔਰ ਬਹੁਤ ਸਾਰੇ ਲੋਕ ਪਹਿਲਾਂ ਇੱਧਰੋਂ ਮਾਸਕੋ ਵੱਲ ਦੀ ਜਾਂਦੇ ਹੁੰਦੇ ਸੀ ਯੂਰਪੀਅਨ ਰੂਟਸ ਦੇ ਉੱਪਰ, ਔਰ ਹੁਣ ਮੈਕਸੀਕੋ ਵਾਲੇ ਰੂਟ ਨੇ, ਔਰ ਇਹ ਇਲੀਗਲ ਰੂਟਸ ਨੇ। ਸੋ ਉੱਥੋਂ ਕਿਸੇ ਨੂੰ ਫੜ ਕੇ ਗੋਲੀ ਨਹੀਂ ਮਾਰਦੇ, ਬਿਕੋਜ਼ ਹਿਊਮਨਿਟੇਰੀਅਨ ਗਰਾਊਂਡਸ ਦੇ ਉੱਪਰ 100% ਬੰਦੇ ਸਰੈਂਡਰ ਕਰਕੇ ਐਂਟਰ ਹੁੰਦੇ ਆ। ਉਹਨਾਂ ਨੂੰ ਮੁੜ ਕੇ ਕੈਂਪਾਂ 'ਚ ਰੱਖਿਆ ਜਾਂਦਾ। ਤੁਸੀਂ ਸੋਚੋ ਕੋਈ ਤੁਹਾਡੇ ਬਾਰਡਰ ਵੜਦਾ, ਅਸੀਂ ਪਾਕਿਸਤਾਨ ਤੋਂ ਅਸੀਂ ਗੋਲੀ ਮਾਰ ਦਿੰਦੇ ਆ। ਸੋ ਅਮਰੀਕਾ ਦੀ ਅਸੈਪਟੇਬਿਲਿਟੀ ਵੇਖੋ ਕਿ ਜਿਹੜਾ ਵੜਦਾ ਹੈ ਉਹਨੂੰ ਵੜਨ ਦਿੱਤਾ ਜਾਂਦਾ ਆ। ਸੋ ਇਸੇ ਕਰਕੇ ਲੈਂਡ ਆਫ ਇਮੀਗ੍ਰੈਂਟਸ ਕਿਹਾ ਹੈ ਨਾ, ਬਟ ਉੱਥੇ ਨਗ ਜਾਂਦੇ ਆ, 15 ਚੱਲੇ ਸੀ, 10 ਪਹੁੰਚੇ, 5 ਪਹੁੰਚੇ। ਸੋ ਉਹ ਬੜੇ ਗੰਦੇ ਰੂਟਸ ਨੇ। ਸੋ ਜਦੋਂ ਅੰਬੈਸੀ ਖੁਦ ਇੰਨਾ ਵੱਧ ਵੀਜ਼ਾ ਦਿੰਦੀ ਹੈ, ਅਮਰੀਕਾ ਅੰਬੈਸੀ 1 ਮਹੀਨੇ ਦਾ ਲਗਭਗ 1 ਲੱਖ ਵੀਜ਼ਾ ਗ੍ਰਾਂਟ ਕਰ ਦਿੰਦੀ ਹੈ ਇਕੱਲੇ ਇੰਡੀਆ ਨੂੰ। ਸੋ ਸਾਨੂੰ ਨਹੀਂ ਲੋੜ ਕਿ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਲੋਕ ਫਿਰ ਪੁੱਠੇ ਸਿੱਧੇ ਰਾਹਾਂ ਦੇ ਉੱਪਰ ਕਿਉਂ ਜਾਂਦੇ ਹੋ। ਸੋ ਅੰਬੈਸੀ ਦਾ ਡੋਰ ਨੌਕ ਕਰੋ, ਅੰਬੈਸੀ ਦੀਆਂ ਸ਼ਰਤਾਂ ਪੂਰੀਆਂ ਕਰੋ। ਸ਼ਰਤਾਂ ਕਿੰਨੀਆਂ ਕਿ ਨੇ? ਸੋ ਅਗਰ ਤੁਸੀਂ ਬਾਹਰ ਘੁੰਮਣ ਫਿਰਨ ਚੱਲੇ ਹੋ, ਆਪਣੀ ਅਮੀਰੀ ਸਿੱਧ ਕਰੋ। ਅਗਰ ਪੜ੍ਹਨ ਚੱਲੇ ਹੋ, ਆਪਣਾ ਇੰਟੈਲੈਕਟ ਪੇਸ਼ ਕਰੋ, ਆਪਣੀ ਅੰਗਰੇਜ਼ੀ ਦੇ ਉੱਪਰ ਕੰਮ ਕਰੋ। ਆਹ ਬੇਸਿਕ ਕੰਮ ਨੇ। ਸੋ ਕੋਈ ਬਹੁਤ ਜ਼ਿਆਦਾ ਰੌਕਟ ਸਾਇੰਸ ਨਹੀਂ ਚਾਹੀਦੀ ਵੀਜ਼ਾਸ ਨੂੰ। ਵੀਜ਼ੇ ਸਭ ਤੋਂ ਸੌਖੀ ਅੰਬੈਸੀ ਦਿੰਦੀ ਹੈ ਇਹ, ਬਟ ਸਾਨੂੰ ਸਮਝ ਕਿੰਨੀ ਆ, ਉਹ ਗਿਆਨ ਕਿੰਨਾ ਆ। ਸੋ ਵੀਜ਼ਾ ਲੈਣਾ ਸਭ ਤੋਂ ਸੌਖਾ ਅਮਰੀਕਾ ਦਾ ਆ। ਇੰਟਰਵਿਊ ਦੇ ਬੇਸਡ ਹੈ ਸਭ ਕੁਝ। ਤੁਸੀਂ ਸੋਚੋ ਗੱਲਾਂ ਬਾਤਾਂ ਆ, ਗੱਲ ਹੀ ਬਾਤੀ ਹੈ ਜਿਸ ਤਰ੍ਹਾਂ ਆਪਾਂ ਗੱਲਾਂ ਕਰ ਰਹੇ ਹਾਂ। ਹਾਂ, ਤੁਸੀਂ ਕੋਈ ਚੀਜ਼ ਤੈਨੂੰ ਪਤਾ ਹੋਵੇ ਮੈਂ ਸਿੱਧ ਕੀ ਕਰਨਾ ਹੈ, ਤੁਸੀਂ ਗੱਲਾਂ ਬਾਤਾਂ ਵੀਜ਼ਾ ਲੈ ਲੈਣਾ ਹੈ। ਯਾ ਸੋ ਇਸ ਤੋਂ ਸੌਖਾ ਕੁਛ ਨਹੀਂ ਹੈ। ਬਾਕੀ ਅਸੀਂ ਸਪੈਸ਼ਲਾਈਜ਼ਡ ਇੰਟਰਵਿਊ ਪ੍ਰੈਪਰੇਸ਼ਨਸ ਕਰਵਾਉਂਦੇ ਆ। ਜਿਹੜੇ ਵੀ ਐਪਲੀਕੈਂਟ ਸਾਡੇ ਕੋਲ ਜਾਂਦੇ ਨੇ, ਅੰਬੈਸੀ ਜਾਂਦੇ ਆ, ਸੋ ਉਹਨਾਂ ਨੂੰ ਹਰ ਸਵਾਲ ਪਤਾ ਹੁੰਦਾ, ਹਰ ਜਵਾਬ ਪਤਾ ਹੁੰਦਾ। ਪਰ ਉੱਥੇ ਜਾ ਕੇ ਬੋਲਣ ਵਾਲਾ ਮੂੰਹ ਸਿਰਫ ਉਹਨਾਂ ਦਾ ਹੁੰਦਾ, ਆਊਟ ਆਫ ਸਿਲੇਬਸ ਇੱਕ ਅੱਖਰ ਨਹੀਂ ਹੁੰਦਾ। ਪ੍ਰੈਜੈਂਟੇਸ਼ਨ ਉਹਨਾਂ ਦੀ ਹੋਣੀ ਚਾਹੀਦੀ ਹੈ ਉੱਥੇ। ਸੋ ਜਾਂਦੇ ਜਾਂਦੇ ਲਾਸਟ ਵਿੱਚ ਵਰਡ ਆਫ ਵਿਜ਼ਡਮ ਤੁਹਾਡੇ ਵੱਲੋਂ ਜੋ ਸਾਡੇ ਦਰਸ਼ਕਾਂ ਨੂੰ ਤੁਸੀਂ ਕਹਿਣਾ ਚਾਹੋ। ਯੂਐਸ ਨੇ ਇਸ ਸਾਲ ਜਿਹੜੇ ਸਟੂਡੈਂਟ ਵੀਜ਼ਾਸ ਬਹੁਤ ਦਿੱਤੇ ਨੇ। ਸੋ ਅਗਰ ਤੁਸੀਂ ਆਪਣੀਆਂ ਐਪਲੀਕੇਸ਼ਨਸ, ਬਿਕੋਜ਼ ਸਾਡੇ ਪੰਜਾਬ ਤੋਂ ਬਹੁਤ ਸਾਰੀਆਂ ਐਪਲੀਕੇਸ਼ਨਸ ਕੈਨੇਡਾ ਨੂੰ ਲੱਗਦੀਆਂ ਨੇ, ਔਰ ਮੈਂ ਵੇਖਿਆ ਬਾਰ-ਬਾਰ 8-8 10-10 ਵਾਰੀ ਲੋਕੀ ਕੈਨੇਡਾ ਤੋਂ ਰਿਫਿਊਜ਼ ਹੁੰਦੇ ਹੋ। ਸੋ ਜਿਹੜੀਆਂ ਅੰਬੈਸੀਜ਼ ਜਿਨ੍ਹਾਂ ਨੂੰ ਕੈਨੇਡਾ ਅਸੈਪਟ ਨਹੀਂ ਕਰਦਾ, ਉਹ ਕਿਹੜੇ ਨੇ? ਜਿਨ੍ਹਾਂ ਦੇ ਕੋਈ ਗੈਪਸ ਜ਼ਿਆਦੇ ਨੇ, ਜਿਨ੍ਹਾਂ ਦੇ ਕੋਲ ਕਿਸੇ ਦੇ ਮਾਰਕਸ ਘੱਟ ਨੇ। ਸੋ ਯੂਐਸ ਦੇ ਵਿੱਚ ਤੁਹਾਡੇ ਵੀਜ਼ਾਸ ਬਹੁਤ ਸੌਖੇ ਨੇ। ਤੁਸੀਂ ਸਿਰਫ ਤੇ ਸਿਰਫ ਜਾ ਕੇ ਗੱਲਬਾਤ ਕਰਨੀ ਹੈ। ਤੁਹਾਡੇ ਮਾਰਕਸ ਨਹੀਂ ਵੇਖੇ ਜਾਂਦੇ, ਤੁਹਾਡੇ ਨੰਬਰ ਨਹੀਂ ਵੇਖੇ ਜਾਂਦੇ। ਸੋ ਯੂਐਸ ਦੇ ਵਿੱਚ ਤੁਹਾਡੇ ਕੋਲੋਂ ਕਿਸੇ ਨੇ ਮੈਥੇਮੈਟਿਕਲੀ ਤੁਹਾਡੀ ਫਾਈਲਿੰਗ ਅਸੈਸ ਕਰਨੀ ਕਿ ਤੁਹਾਡੇ ਇਕੱਲੇ ਪੇਪਰ ਵੇਖੇ, ਕਾਗਜ਼ ਵੇਖੇ, 1 ਜੇ 5.5 ਦਾ ਤੁਹਾਨੂੰ ਮਨਾ ਕਰਤਾ। ਸੋ ਉਹ ਸਾਰੀਆਂ ਐਪਲੀਕੇਸ਼ਨਸ ਯੂਐਸ ਦੇ ਵਿੱਚ ਪਾਸ ਹੁੰਦੀਆਂ ਨੇ, ਔਰ ਯੂਐਸ ਹਰ ਮਹੀਨੇ 1 ਲੱਖ ਵੀਜ਼ਾ ਗ੍ਰਾਂਟ ਕਰਨ ਵਾਲੀ ਅੰਬੈਸੀ ਆ। ਔਰ ਯੂਐਸ ਨੇ ਜਿਹੜਾ ਇਸ ਸਮੇਂ ਦੇ ਵਿੱਚ ਵੀ ਮੈਕਸਿਮਮ ਸਲੋਟਸ ਦਿੱਤੇ ਨੇ ਇੰਟਰਵਿਊ ਦੇ। ਸੋ ਸਟੂਡੈਂਟਸ ਨੂੰ ਲਗਾਤਾਰ ਸਲੋਟਸ ਅਵੇਲੇਬਲ ਨੇ। ਸੋ ਆਪਣੀ ਐਪਲੀਕੇਸ਼ਨਸ ਯੂਐਸ ਨੂੰ ਲਾਓ, ਔਰ ਆਪਣੇ ਪ੍ਰੋਫਾਈਲ ਦੇ ਅਕੋਰਡਿੰਗ ਆਪਣਾ ਕੰਟਰੀ ਚੁਣੋ ਤੇ ਚੜ੍ਹਦੀ ਕਲਾ ਜਾਓ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਇੰਟਰਵਿਊ। ਸੋ ਇਸੇ ਤਰ੍ਹਾਂ ਹੀ ਅਸੀਂ ਆਪਣੀ ਸੀਰੀਜ਼ ਜਾਰੀ ਰੱਖਾਂਗੇ ਤੁਹਾਡੇ ਨਾਲ ਇਸ ਸਬਜੈਕਟ ਦੇ ਉੱਤੇ। ਥੈਂਕ ਯੂ ਸੋ ਮਚ। ਸ਼ੁਕਰੀਆ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਐਬਰੋਡ ਦਾ ਹਿੱਸਾ ਬਣੇ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।